G7 ਬੈਠਕ 'ਚ ਦਿਖੇਗਾ ਭਾਰਤ ਦਾ ਦਮ। ਭਾਰਤ ਨੂੰ ਬੈਠਕ 'ਚ ਸ਼ਾਮਲ ਹੋਣ ਲਈ ਮਿਲਿਆ ਸੱਦਾ। ਬ੍ਰਿਟੇਨ ਕਰ ਰਿਹਾ ਬੈਠਕ ਦੀ ਮੇਜ਼ਬਾਨੀ। ਆਖਿਰ ਇਸ ਬੈਠਕ ਦੇ ਮਾਇਨੇ ਕੀ ਹਨ? ਰਿਪੋਰਟ 'ਚ ਜਾਣੋ ਪੂਰਾ ਹਾਲ। ਐਕਸਪਰਟ ਦਾ ਮੰਨਣਾ ਹੈ ਕਿ G7 ਦੇ ਮੈਂਬਰ ਦੇਸ਼ ਅਤੇ ਭਾਰਤ, ਆਸਟ੍ਰੇਲੀਆ, ਦੱਖਣ ਕੋਰੀਆ ਮਿਲ ਕੇ ਵਿਸਥਾਰਵਾਦੀ ਅਤੇ ਹਮਲਾਵਰ ਚੀਨ ਨੂੰ ਕਾਊਂਟਰ ਕਰਨਗੇ। ਚੀਨ ਦੇ ਲਈ ਲੋਕਤਾਂਤਰਿਕ ਦੇਸ਼ ਦਾ ਇਹ ਗਰੁੱਪ ਤਗੜੀ ਚੁਣੌਤੀ ਪੇਸ਼ ਕਰੇਗਾ। ਐਕਸਪਰਟ G7 ਦੀ ਬੈਠਕ 'ਚ ਭਾਰਤ ਨੂੰ ਸੱਦਾ ਦਿੱਤੇ ਜਾਣ ਨੂੰ ਇੱਕ ਵੱਡੀ ਪ੍ਰਾਪਤੀ ਵੀ ਕਰਾਰ ਦੇ ਰਹੇ ਹਨ। ਭਾਰਤ ਦੇ ਮਹਿਮਾਨ ਬਣਨਗੇ ਜੌਨਸਨ। ਬ੍ਰਿਟਿਸ਼ ਪ੍ਰਧਾਨ ਮੰਤਰੀ ਭਾਰਤ ਬ੍ਰਿਟੇਨ ਦੀ ਦੋਸਤੀ ਨੂੰ ਮਜ਼ਬੂਤ ਕਰਨ ਲਈ ਅਗਲੇ ਮਹੀਨੇ ਭਾਵ ਗਣਤੰਤਰ ਦਿਵਸ ਮੌਕੇ ਭਾਰਤ ਦੇ ਮਹਿਮਾਨ ਬਣਨਗੇ। ਜੌਨਸਨ ਦੂਜੇ ਅਜਿਹੇ ਬ੍ਰਿਟਿਸ਼ ਪ੍ਰਧਾਨ ਮੰਤਰੀ ਹਨ ਜੋ ਗਣਤੰਤਰ ਪਰੇਡ 'ਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਸਾਲ 1993 'ਚ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਜੌਨ ਮੇਜਰ ਗਣਤੰਤਰ ਦਿਵਸ ਦੀ ਪਰੇਡ ਦਾ ਹਿੱਸਾ ਬਣੇ ਸੀ। ਬ੍ਰੈਗਜ਼ਿਟ ਦੇ ਬਾਅਦ ਬ੍ਰਿਟੇਨ ਆਪਣੀ ਵਿਦੇਸ਼ ਅਤੇ ਸੁਰੱਖਿਆ ਨੀਤੀ 'ਚ ਇੰਡੋ ਪੈਸੀਫਿਕ ਤੇ ਜ਼ੋਰ ਦੇ ਰਿਹਾ ਹੈ ਅਤੇ ਇਸ ਲਈ ਭਾਰਤ ਉਸ ਦੇ ਲਈ ਕਾਫੀ ਅਹਿਮ ਹੋ ਗਿਆ ਹੈ। ਭਾਰਤ ਆਉਣ ਤੇ ਹੋ ਰਹੀ ਖੁਸ਼ੀ। ਜੌਨਸਨ ਨੇ ਭਾਰਤ ਦੇ ਸੱਦੇ ਨੂੰ ਪ੍ਰਵਾਨ ਕਰਨ ਦੇ ਬਾਅਦ ਕਿਹਾ, ਬ੍ਰਿਟੇਨ ਦੇ ਲਈ ਇੱਕ ਰੋਮਾਂਚਕ ਵਰ੍ਹੇ ਦੀ ਸ਼ੁਰੂਆਤ 'ਚ ਅਗਲੇ ਸਾਲ ਭਾਰਤ ਆਉਣ ਤੇ ਉਹਨਾਂ ਨੂੰ ਖੁਸ਼ੀ ਹੋ ਰਹੀ ਹੈ। ਉਹ ਆਪਣੇ ਦੋ-ਪੱਖੀ ਸੰਬੰਧਾਂ ਨੂੰ ਵਿਸਥਾਰ ਦੇਣ ਲਈ ਤਿਆਰ ਹਨ। ਉਹਨਾਂ ਕਿਹਾ ਕਿ ਇੰਡੋ ਪੈਸੀਫਿਕ ਖੇਤਰ 'ਚ ਇੱਕ ਮੁੱਖੀ ਖਿਡਾਰੀ ਦੇ ਰੂਪ 'ਚ ਭਾਰਤ ਬ੍ਰਿਟੇਨ ਦੇ ਲਈ ਇੱਕ ਅਹਿਮ ਸਾਂਝੀਦਾਰ ਹੈ ਕਿਉਂਕਿ ਅਸੀਂ ਨੌਕਰੀਆਂ ਅਤੇ ਵਿਕਾਸ ਨੂੰ ਬੜਾਵਾ ਦੇਣ ਲਈ ਕੰਮ ਕਰਦੇ ਹਾਂ ਅਤੇ ਸੁਰੱਖਿਆ ਦੇ ਲਈ ਖਤਰਿਆਂ ਦਾ ਮਿਲ ਕੇ ਸਾਹਮਣਾ ਕਰਦੇ ਹਾਂ। ਪਹਿਲਾ ਅਹਿਮ ਦੌਰਾ। ਪ੍ਰਧਾਨ ਮੰਤਰੀ ਬਣਨ ਦੇ ਬਾਅਦ ਬੋਰਿਸ ਜੌਨਸਨ ਦਾ ਇਹ ਪਹਿਲਾ ਦੌਰਾ ਹੋਵੇਗਾ। ਡਾਊਨਿੰਗ ਸਟਰੀਟ ਨੇ ਆਪਣੇ ਬਿਆਨ 'ਚ ਕਿਹਾ ਕਿ ਯੂਰਪ ਯੂਨੀਅਨ ਤੋਂ ਬ੍ਰਿਟੇਨ ਦੇ ਅਲੱਗ ਹੋਣ ਦੇ ਬਾਅਦ ਬੋਰਿਸ ਜੌਨਸਨ ਦਾ ਇਹ ਪਹਿਲਾ ਦੌਰਾ ਹੈ ਅਤੇ ਇਸ ਨਾਲ ਇੰਡੋ ਪੈਸੀਫਿਕ ਨੂੰ ਲੈ ਕੇ ਬ੍ਰਿਟੇਨ ਦੀ ਗੰਭੀਰਤਾ ਦਾ ਪਤਾ ਲੱਗਦਾ ਹੈ। 2021 ਲਈ ਸਕਾਰਾਤਮਕ ਸ਼ੁਰੂਆਤ। UK ਇੰਡੀਅਨ ਬਿਜ਼ਨਸ ਕਾਉਂਸਲ ਦੇ ਮੈਨੇਜਿੰਗ ਡਾਇਰੈਕਟਰ ਕੇਵਿਨ ਮੈਕਕੌਲੇ ਕਹਿੰਦੇ ਹਨ ਕਿ ਬ੍ਰੈਗਜ਼ਿਟ ਦੇ ਬਾਅਦ ਤੋਂ ਜੌਨਸਨ ਦਾ ਪਹਿਲੇ ਦੌਰੇ ਦੇ ਲਈ ਭਾਰਤ ਨੂੰ ਚੁਣਨਾ ਦਿਖਾਉਂਦਾ ਹੈ ਕਿ ਭਾਰਤ ਬ੍ਰਿਟੇਨ ਦੇ ਲਈ ਕਿੰਨਾ ਮਾਇਨੇ ਰੱਖਦਾ ਹੈ। ਉਹ ਤੀਜੇ ਬ੍ਰਿਟੇਨ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਭਾਰਤ ਨੂੰ ਆਪਣੇ ਪਹਿਲੇ ਦੌਰੇ ਲਈ ਚੁਣਿਆ ਹੈ। ਸਾਲ 2021 ਦੇ ਲਈ ਇਹ ਬਹੁਤ ਹੀ ਸਕਾਰਾਤਮਕ ਸ਼ੁਰੂਆਤ ਕਹੀ ਜਾ ਸਕਦੀ ਹੈ। ਜੌਨਸਨ ਲੋਕਤਾਂਤਰਿਕ ਦੇਸ਼ਾਂ ਦੇ ਨਾਲ ਕੰਮ ਕਰਨ ਦੇ ਚਾਹਵਾਨ। ਬ੍ਰਿਟੇਨ ਨੇ ਕਿਹਾ ਕਿ ਜੌਨਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ G7 ਸਮਿਟ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਇਸ ਦੇ ਇਲਾਵਾ ਇਸ ਸਮਿਟ 'ਚ ਆਸਟ੍ਰੇਲੀਆ ਅਤੇ ਦੱਖਣ ਕੋਰੀਆ ਨੂੰ ਵੀ ਸੱਦਿਆ ਗਿਆ ਹੈ। ਡਾਊਨਿੰਗ ਸਟਰੀਟ ਨੇ ਆਪਣੇ ਬਿਆਨ 'ਚ ਕਿਹਾ ਕਿ ਪ੍ਰਧਾਨ ਮੰਤਰੀ ਜੌਨਸਨ ਲੋਕਤਾਂਤਰਿਕ ਦੇਸ਼ ਦੇ ਨਾਲ ਕੰਮ ਕਰਨ ਦੇ ਚਾਹਵਾਨ ਹਨ ਤਾਂ ਜੋ ਸਾਂਝੇ ਹਿੱਤਾਂ ਨੂੰ ਅੱਗੇ ਵਧਾਇਆ ਜਾ ਸਕੇ ਅਤੇ ਨਾਲ ਹੀ ਸਾਂਝਾ ਚੁਣੌਤੀਆਂ ਨਾਲ ਨਿਪਟਾਇਆ ਜਾ ਸਕੇ। ਉਂਝ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਤਾਨਾਸ਼ਾਹੀ ਦੇਸ਼ਾਂ ਦੇ ਖਿਲਾਫ ਲੋਕਤਾਂਤਰਿਕ ਦੇਸ਼ਾਂ ਦੀ ਇੱਕ ਸਮਿਟ ਬੁਲਾਉਣ ਦੀ ਗੱਲ ਕਹਿ ਚੁੱਕੇ ਹਨ। 2014 ਕ੍ਰੀਮੀਆ ਦੇ ਕਬਜ਼ੇ ਦੇ ਬਾਅਦ ਰੂਸ ਹੋਇਆ ਸੀ ਬਾਹਰ। G7 'ਚ UK, ਅਮਰੀਕਾ, ਫਰਾਂਸ, ਜਾਪਾਨ, ਜਰਮਨੀ, ਇਟਲੀ ਅਤੇ ਕੈਨੇਡਾ ਸ਼ਾਮਲ ਹਨ। ਪਹਿਲਾਂ ਇਸ ਸੰਗਠਨ 'ਚ ਰੂਸ ਵੀ ਸ਼ਾਮਲ ਸੀ ਪਰ ਸਾਲ 2014 'ਚ ਕ੍ਰੀਮੀਆ ਦੇ ਕਬਜ਼ੇ ਦੇ ਬਾਅਦ ਉਸ ਨੂੰ ਇਸ ਤੋਂ ਬਾਹਰ ਕਰ ਦਿੱਤਾ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇਸ ਸਾਲ G7 ਦੀ ਬੈਠਕ 'ਚ ਸੱਦਣ ਵਾਲੇ ਸੀ ਪਰ ਯੂਰਪ ਦੇ ਇਤਰਾਜ਼ ਮਗਰੋਂ ਟਰੰਪ ਨੂੰ ਆਪਣੀ ਯੋਜਨਾ ਰੱਦ ਕਰਨੀ ਪਈ। ਚਾਲਬਾਜ਼ ਚੀਨ ਵੀ ਰੱਖੇਗਾ ਆਪਣੀ ਨਜ਼ਰ। ਲੱਦਾਖ 'ਚ ਭਾਰਤ ਨਾਲ ਤਣਾਅ ਦੌਰਾਨ ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਦੌਰੇ ਅਤੇ G7 'ਚ ਭਾਰਤ ਨੂੰ ਸੱਦਣ ਦੇ ਫੈਸਲੇ ਤੇ ਚਾਲਬਾਜ਼ ਚੀਨ ਵੀ ਆਪਣੀ ਨਜ਼ਰ ਬਣਾਏ ਰੱਖੇਗਾ। ਜਰਮਨੀ ਅਤੇ ਫਰਾਂਸ ਦੇ ਬਾਅਦ ਯੂਰਪ ਦੇ ਬਾਕੀ ਦੇਸ਼ਾਂ ਦਾ ਇੰਡੋ ਪੈਸੀਫਿਕ 'ਚ ਰੁਝਾਨ ਲੈਣਾ ਅਤੇ ਭਾਰਤ ਨਾਲ ਨਜ਼ਦੀਕੀਆਂ ਵਧਾਉਣਾ ਜ਼ਾਹਿਰ ਤੌਰ ਤੇ ਚੀਨ ਦੇ ਲਈ ਚਿੰਤਾ ਦੀ ਗੱਲ ਹੋਵੇਗਾ। ਚੀਨ ਨੂੰ ਰੋਕਣ ਦੇ ਲਈ ਲੋਕਤਾਂਤਰਿਕ ਦੇਸ਼ ਦਾ ਗੱਠਜੋੜ ਜ਼ਰੂਰੀ। ਬਾਈਡਨ ਦੇ ਸਹਿਯੋਗੀਆਂ ਦਾ ਵੀ ਕਹਿਣਾ ਹੈ ਕਿ ਲੋਕਤਾਂਤਰਿਕ ਦੇਸ਼ਾਂ 'ਚ ਰਾਜਨੀਤਿਕ ਵਿਸ਼ੇਸ਼ ਕਰਕੇ ਚੀਨ ਉੱਥੇ ਨਿਯਮ ਆਧਾਰਿਤ ਵਿਵਸਥਾਵਾਂ ਨੂੰ ਖਤਮ ਕਰਨ ਲਈ ਆਪਣੀ ਤਾਨਾਸ਼ਾਹੀ ਸਥਾਪਿਤ ਕਰ ਰਿਹਾ ਹੈ ਅਤੇ ਇਸ ਨੂੰ ਰੋਕਣ ਲਈ ਲੋਕਤਾਂਤਰਿਕ ਦੇਸ਼ਾਂ ਦਾ ਗੱਠਜੋੜ ਬਣਾਉਣਾ ਬਹੁਤ ਜ਼ਰੂਰੀ ਹੈ। ਬਾਈਡਨ ਨੇ ਵੀ ਕਿਹਾ ਕਿ ਰੂਸ ਗਲਤ ਜਾਣਕਾਰੀਆਂ, ਚੋਣ 'ਚ ਦਖਲ ਅਤੇ ਭ੍ਰਿਸ਼ਟਾਚਾਰ ਜ਼ਰੀਏ ਇੱਕ ਮੁਕਤ ਵੈਸ਼ਵਿਕ ਵਿਵਸਥਾ 'ਚ ਅਵਿਵਸਥਾ ਦੇ ਬੀਜ ਬੋ ਰਿਹਾ ਹੈ।
ਰੂਸ ਨੇ ਹਾਲ ਹੀ 'ਚ ਚੀਨ ਦਾ ਸਮਰਥਨ ਕਰਦੇ ਹੋਏ ਕਿਹਾ ਸੀ ਕਿ ਪੱਛਮੀ ਦੇਸ਼ ਚੀਨ ਦੇ ਖਿਲਾਫ ਆਪਣੀ ਲੜਾਈ 'ਚ ਭਾਰਤ ਨੂੰ ਮੋਹਰਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਰੂਸ ਨੇ ਅਮਰੀਕਾ ਦੀ ਇੰਡੋ ਪੈਸੀਫਿਕ ਨੀਤੀ ਦੀ ਵੀ ਨਿਖੇਧੀ ਕੀਤੀ ਸੀ। ਬਿਊਰੋ ਰਿਪੋਰਟ, ਜਗਬਾਣੀ ਟੀਵੀ, ਚੰਡੀਗੜ੍ਹ।